तो साध संगत मैं बेनती करदे हां कि कई बार ऐसा होंदा है कि साडे धार्मिक समागमां या गुरुद्वारियां च ना कई इहो जिहियां रीतियां प्रचलित हो जांदियां ने जिन्हां बारे सानूं पता होना जरूरी है, क्योंकि कई बार कन्फ्यूजन पैदा होंदा है कि ਇਹ ਇੱਥੇ ਇੰਜ ਕਿਉਂ ਹੋ ਰਿਹਾ। तो ਇਹੋ ਜਿਹਾ ਇੱਕ ਸਵਾਲ ਸਾਡੇ ਕੋਲ ਆਇਆ ਸਰਦਾਰ ਅਵਤਾਰ ਸਿੰਘ ਜੀ ਨੇ ਭੇਜਿਆ ਬੀੜ ਸਾਹਿਬ ਸਰਕਲ ਤੋਂ। ਉਹਨਾਂ ਦਾ ਸਵਾਲ ਹੈ ਕਿ ਗੁਰੂ ਘਰ ਵਿੱਚ ਦੇਗ ਪ੍ਰਸ਼ਾਦ ਵਰਤਾਉਣ ਦੀ ਪ੍ਰਥਾ ਕਦੋਂ ਸ਼ੁਰੂ ਹੋਈ ਤੇ ਫਿਰ ਦੇਗ ਦੀ ਥਾਂ ਤੇ ਫੁੱਲੀਆਂ ਪਤਾਸ਼ੇ ਤੇ ਮਿਸ਼ਰੀ ਇਹ ਕਦੋਂ ਤੋਂ ਸ਼ੁਰੂ ਹੋਈ। तो मैं बेनती करांगा प्रिंसीपल सुरिंदर सिंह जी ਨੂੰ ਵੀ ਉਹ ਕਿਰਪਾ ਕਰਕੇ ਇਹਦੇ ਬਾਰੇ ਸਾਨੂੰ ਥੋੜਾ ਚਾਨਣ ਪਾਉਣ ਜੀ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਆਵਾਜ਼ ਮੇਰੀ ਪਹੁੰਚ ਰਹੀ ਹੈ ਅੱਜ ਠੀਕ ਠਾਕ। ਸੋ ਦੇਗ ਸੰਬੰਧੀ ਹੁਕਮ ਹੋਇਆ ਹੈ ਕਿ ਗੁਰੂ ਘਰ ਦੇ ਵਿੱਚ ਕਦੋਂ ਪ੍ਰਾਰੰਭ ਹੋਈ। ਇਹਦੇ ਲਈ ਤਾਂ ਇੱਕੋ ਹੀ ਬੇਨਤੀ ਹੈ ਕਿ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਪ੍ਰਭ ਪ੍ਰਸ਼ਾਦ ਦੀ ਦੇਗ ਦੀ ਪ੍ਰਾਰੰਭਤਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਪੱਕੇ ਤੌਰ ਤੇ ਸਿੱਖ ਧਰਮ ਦੇ ਵਿੱਚ ਪ੍ਰਾਰੰਭ ਹੋ ਚੁੱਕੀ ਸੀ, ਕਿਉਂਕਿ ਜਾਤ ਅਭਿਮਾਨੀ ਲੋਕ ਖਾਸ ਕਰਕੇ ਬ੍ਰਾਹਮਣ ਲੋਕ ਸ਼ੂਦਰਾਂ ਦੇ ਹੱਥ ਦਾ ਬਣਿਆ ਹੋਇਆ ਲੰਗਰ ਜਾਂ ਪ੍ਰਸ਼ਾਦਾ ਜਾਂ ਭੋਜਨ ਛਕਣ ਤੋਂ ਹਮੇਸ਼ਾ ਗੁਰੇਜ਼ ਕਰਦੇ ਸਨ, ਕਿਉਂਕਿ ਆਪਣੇ ਆਪ ਨੂੰ ਵੱਡੀ ਜਾਤ ਤੇ ਉਹਨਾਂ ਨੂੰ ਛੋਟੀ ਜਾਤ ਮੰਨਦੇ ਸਨ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਾਤ ਪਾਤ ਦੇ ਖਾਤਮੇ ਲਈ ਮਾਨਸ ਕੀ ਜਾਤ ਸਭੇ ਕੇ ਪਹਿਚਾਨਬੋ ਦੇ ਸਿਧਾਂਤ ਨੂੰ ਪੂਰਨ ਤੌਰ ਤੇ ਲਾਗੂ ਕਰਨ ਲਈ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਆਪਣੇ ਆਪਣੇ ਘਰ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਸੰਗਤ ਦੇ ਵਿੱਚ ਲਿਆਂਦੀ ਜਾਵੇ। ਅੱਗੇ ਸੰਗਤ ਦੇ ਵਿੱਚ ਵੱਡਾ ਬਰਤਨ ਜਾਂ ਵੱਡਾ ਕੜਾਹਾ ਰੱਖ ਕੇ ਉਹ ਇੱਕ ਜਗ੍ਹਾ ਇਕੱਠੀ ਕੀਤੀ ਜਾਂਦੀ ਸੀ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਉਹ ਦੇਗ ਜਿਹੜੀ ਹੈ ਗੁਰੂ ਘਰ ਵਿੱਚ ਪ੍ਰਵਾਨ ਕਰਵਾ ਕੇ ਫਿਰ ਸਾਰਿਆਂ ਨੂੰ ਸਾਰੀ ਸੰਗਤ ਨੂੰ ਜਿਹੜੀ ਹੈ ਉਹ ਦੇਗ ਵੰਡੀ ਜਾਂਦੀ ਸੀ। ਉਹਦੇ ਨਾਲ ਇੱਕ ਤਾਂ ਪੌਸ਼ਟਿਕ ਖੁਰਾਕ ਜਿਹੜੀ ਹੈ ਸਿੱਖ ਸੰਗਤਾਂ ਨੂੰ ਪ੍ਰਾਪਤ ਹੁੰਦੀ ਸੀ, ਦੂਜੇ ਜਿਹੜਾ ਖਾਣ ਪਾਣ ਦਾ ਵਹਿਮ ਹੈ ਕਿ ਛੋਟੀ ਜਾਤ ਦੇ ਹੱਥ ਦਾ ਨਹੀਂ ਖਾਣਾ ਉਹ ਵੀ ਦੂਰ ਹੋ ਜਾਂਦਾ ਸੀ। ਸੋ ਮੁੱਖ ਕਾਰਨ ਜਾਤ ਪਾਤ ਦੇ ਖਾਤਮੇ ਲਈ ਸੀ ਔਰ ਨਾਲ ਪੌਸ਼ਟਿਕ ਖੁਰਾਕ। ਇਹ ਕਦੋਂ ਚਾਲੂ ਹੋਈ ਇਹ ਸਵਾਲ ਜਿਹੜਾ ਹੈ ਅਨੇਕਾਂ ਪ੍ਰਮਾਣ ਸਾਨੂੰ ਸਾਡੇ ਇਤਿਹਾਸ ਦੇ ਵਿੱਚੋਂ, ਜਨਮ ਸਾਖੀਆਂ ਦੇ ਵਿੱਚੋਂ, ਭਾਈ ਗੁਰਦਾਸ ਜੀ ਦੀ ਰਚਨਾ ਦੇ ਵਿੱਚੋਂ ਮਿਲ ਜਾਂਦੇ ਨੇ। ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀਆਂ ਦੀ ਸੰਪੂਰਨਤਾ ਕਰਕੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਅਵਤਾਰਾ, ਇਸ ਪੌੜੀ ਦੇ ਵਿੱਚ ਪੂਰੇ ਵਿਸਥਾਰ ਦੇ ਨਾਲ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਹੈ। ਤੇ ਉਸ ਸਮੇਂ ਤੋਂ ਹੀ ਦੀਵਾਨ ਦੇ ਵਿੱਚ ਸਮਾਪਤੀ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਦੀ ਮਰਜ਼ਾਦਾ ਚਾਲੂ ਹੋ ਚੁੱਕੀ ਸੀ। ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ 6ਵੀਂ ਦੀ ਪੌੜੀ ਨੰਬਰ 3 ਦੇ ਵਿੱਚ ਉਚਾਰਨ ਕਰਦੇ ਨੇ, ਸੰਜੈ ਸੋਧਰ ਗਾਵਣਾ, ਸੰਜੈ ਸ਼ਾਮ ਦੇ ਦੀਵਾਨ ਵਿੱਚ ਸੋਧਰ ਗਾਵਣਾ, ਮਨ ਮੇਲੀ ਕਰ ਮੇਲ ਮਿਲੰਦੇ, ਰਾਤੀ ਕੀਰਤਨ ਸੋਹਿਲਾ ਕਰ ਆਰਤੀ ਪ੍ਰਸ਼ਾਦ ਵਰਤੰਦੇ। ਇਸੇ ਤਰ੍ਹਾਂ ਵਾਰ 40ਵੀਂ ਤੇ ਪੌੜੀ ਨੰਬਰ 11 ਦੇ ਵਿੱਚ ਵੀ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇਖ ਕਰ ਪਿੱਛੋਂ ਬਚਿਆ ਆਪ ਖਵੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿੱਥੇ ਕੜਾ ਪ੍ਰਸ਼ਾਦ ਜਾਂ ਪ੍ਰਸ਼ਾਦ ਸ਼ਬਦ ਦੀ ਵਰਤੋਂ ਕੀਤੀ ਹੈ, ਉੱਥੇ ਵਾਰ 20ਵੀਂ ਪੌੜੀ ਨੰਬਰ 10 ਦੇ ਵਿੱਚ ਵੀ ਮਹਾਂਪ੍ਰਸ਼ਾਦ ਸ਼ਬਦ ਜਿਹੜਾ ਹੈ ਉਹ ਕੜਾ ਪ੍ਰਸ਼ਾਦ ਦੇ ਲਈ ਵਰਤਿਆ। ਕੋਰੇ ਮਟ ਅਣਾਏ ਨੀਰ ਬਣਾਇਆ, ਆਣ ਮਹਾਂਪ੍ਰਸ਼ਾਦ ਵੰਡ ਖਿਲਾਇਆ। ਇਸ ਤਰ੍ਹਾਂ ਕਵਿਤ ਨੰਬਰ 300 ਏਕ ਮਿਸ਼ਟਾਨ ਪਾਨ ਲਾਵਤ ਮਹਾਂਪ੍ਰਸਾਦ ਸਿੱਖਣ ਬੁਲਾਵੇ। 24 ਤੇ ਕਵਿਤ ਨੰਬਰ 175 ਵਿੱਚ ਪੰਚਾਮ੍ਰਿਤ ਅਤੇ ਮਹਾਂਪ੍ਰਸ਼ਾਦ ਸ਼ਬਦਾਂ ਦੀ ਵਰਤੋਂ ਕੜਾਹ ਪ੍ਰਸ਼ਾਦ ਦੇ ਲਈ ਕੀਤੀ ਗਈ। ਤੇ ਕਰਤਾਰਪੁਰ ਸਾਹਿਬ ਵਿਖੇ ਸਭ ਤੋਂ ਪਹਿਲਾਂ ਦੇਗ ਬਣਾਉਣ ਦੀ ਵਿਧੀ ਗੁਰੂ ਨਾਨਕ ਦੇਵ ਜੀ ਨੇ ਭਾਈ ਤਾਰਾ ਜੀ ਪੋਪਟ, ਜਿਨ੍ਹਾਂ ਨੂੰ ਬਾਬਰ ਦੇ ਹਮਲੇ ਸਮੇਂ ਘਰਾਂ ਨੂੰ ਲਾਈ ਹੋਈ ਅੱਗ ਨੂੰ ਬੁਝਾਉਂਦੇ ਹੋਏ ਬਾਬਰ ਦੀ ਫੌਜ ਨੇ ਚੱਕ ਕੇ ਅੱਗ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਸੋ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਪੁਰਾਤਨ ਲਿਖਤਾਂ ਦੇ ਵਿੱਚ ਗੁਰਮਤਿ ਪ੍ਰਕਾਸ਼ ਦੇ ਵਿੱਚ ਲੇਖ ਆਇਆ ਸੀ ਅੱਜ ਤੋਂ 20 ਸਾਲ ਪਹਿਲਾਂ, ਜੋ ਮੈਂ ਨੋਟ ਕੀਤਾ ਸੀ ਕਿ ਉਹਦੇ ਕੋਲ ਸਭ ਤੋਂ ਪਹਿਲਾਂ ਦੇਗ ਭਾਈ ਤਾਰਾ ਜੀ ਕੋਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਣਾਈ।
ਇਸ ਤਰ੍ਹਾਂ ਭਾਈ ਗੱਜਣ ਤੇ ਭਾਈ ਸ਼ੀਹਾਂ ਜੀ ਨੂੰ ਵੀ ਉਪਦੇਸ਼ ਕਰਦੇ ਹੋਏ ਹਰੇਕ ਕੰਮ ਦੀ ਆਰੰਭਤਾ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਤੇ ਅਰਦਾਸ ਕਰਨ ਦਾ ਹੁਕਮ ਕੀਤਾ ਗਿਆ ਸੀ। ਇਸੇ ਤਰ੍ਹਾਂ ਹੀ ਬਗਦਾਦ ਦੇ ਵਿੱਚ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ ਪਹਿਲੀ ਤੇ ਪੌੜੀ 36ਵੀਂ ਦੇ ਵਿੱਚ ਜਦੋਂ ਇਹ ਵਿਚਾਰ ਕਰਦੇ ਨੇ ਕਿ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ, ਫੇਰ ਦੁਰਾਇਨ ਦਸਤਗੀਰ ਅਸਾਂ ਵੀ ਦੇਖਾਂ ਜੋ ਤੋਏ ਪਾਈ, ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਪਾਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਭਰ ਕਚਕੋਲ ਪ੍ਰਸ਼ਾਦਾ ਤੁਰੋਂ ਪਤਾਲੋਂ ਲਈ ਕੜਾਹੀ, ਜ਼ਾਹਰ ਕਲਾ ਨਾ ਛਪੇ ਛਪਾਈ। ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਬਗਦਾਦ ਦੀ ਧਰਤੀ ਤੇ ਵੀ ਜਦੋਂ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦਾ ਨਿਰਣਾ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕਰਕੇ ਦਿੱਤਾ, ਉਸ ਵੇਲੇ ਭਰ ਕਚਕੋਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ। ਧੁਰੋਂ ਪਤਾਲੋਂ ਲਈ ਕੜਾਹੀ ਦਾ ਮਤਲਬ ਕਿਤੇ ਪਤਾਲ ਤੋਂ ਸਤਵੇਂ ਆਕਾਸ਼ ਤੋਂ ਉਹ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਆਈ, ਬਲਕਿ ਧੁਰ ਦਰਗਾਹ ਤੋਂ ਜੋ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੀ ਦਰ ਤੋਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸ ਨਿਰਮਲ ਪੰਥ ਦੀ ਮਰਜ਼ਾਦਾ ਤੇ ਸਿਧਾਂਤ ਜੋ ਧੁਰ ਦਰਗਾਹ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਾਪਤ ਹੋਏ ਸਨ, ਉਹ ਲਾਗੂ ਕਰਦੇ ਹੋਏ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਬਗਦਾਦ ਦੀ ਧਰਤੀ ਤੇ ਵੀ ਵਰਤਾਈ ਗਈ। ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਭਾਈ ਲਹਿਣਾ ਜੀ ਨੂੰ ਅੰਤਮ ਪ੍ਰੀਖਿਆ ਲੈਣੀ ਸੀ, ਉਹ ਬੜੀ ਸਖਤ ਸੀ। ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਸੀ ਗੁਰਗੱਦੀ ਦੀ ਚੋਣ ਵਾਸਤੇ ਕਿ ਜੇ ਤੁਸੀਂ ਨਹੀਂ ਮੁੜਨਾ ਤਾਂ ਮੁਰਦਾ ਖਾਓ, ਤੇ ਮੁਰਦਾ ਖਾਣ ਦੇ ਲਈ ਭਾਈ ਲਹਿਣਾ ਜੀ ਨੇ ਹੁਕਮ ਮੰਨਦੇ ਹੋਏ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿੱਧਰੋਂ ਖਾਵਾਂ, ਪੈਰਾਂ ਵੱਲੋਂ ਜਾਂ ਸਿਰਾਂ ਵੱਲੋਂ, ਸਿਰ ਵੱਲੋਂ। ਤੇ ਕਹਿੰਦੇ ਨੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਹੁਕਮ ਕੀਤਾ ਵਿਚਕਾਰੋਂ। ਦਰਅਸਲ ਭਾਈ ਗੁਰਦਾਸ ਜੀ ਕਹਿੰਦੇ ਜੇ ਗੁਰੂ ਸੰਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਗੁਰੂ ਇਮਤਿਹਾਨ ਲੈਣਾ ਚਾਹੁੰਦਾ ਹੈ ਤਾਂ ਸਿੱਖ ਦ੍ਰਿੜਤਾ ਦੇ ਨਾਲ ਆਪਣਾ ਇਮਤਿਹਾਨ ਦੇਵੇ ਤੇ ਗੁਰੂ ਦੀ ਬਖਸ਼ਿਸ਼ ਨਾਲ ਉਹ ਇਮਤਿਹਾਨ ਚੋਂ ਪਾਸ ਹੋ ਜਾਂਦਾ। ਦਰਅਸਲ ਉੱਥੇ ਮੁਰਦਾ ਖਾਣ ਵਾਲੀ ਗੱਲ ਨਹੀਂ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਰੱਖੀ ਹੋਈ ਸੀ। ਇਹਨਾਂ ਸਾਖੀਆਂ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਕੜਾਹ ਪ੍ਰਸ਼ਾਦ ਦੀ ਮਰਜ਼ਾਦਾ ਚਾਲੂ ਹੋ ਗਈ ਸੀ। ਇੱਕ ਹੋਰ ਹਵਾਲਾ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ ਦੇ ਪੰਨਾ 470 ਉੱਤੇ ਦਿੱਤਾ ਹੈ ਕਿ ਜਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇਦਾਰ ਵਿੱਚੋਂ ਸਹੁਰਾ ਪਰਿਵਾਰ ਦੇ ਵਿੱਚ ਉਹਨਾਂ ਦੇ ਸਹੁਰਾ ਸਾਹਿਬ ਦੀ ਤੇ ਕੁਝ ਹੋਰ ਸੰਬੰਧੀਆਂ ਦੀ ਡੈਥ ਹੋਈ ਸੀ, ਤੇ ਉਹਨਾਂ ਦੇ ਅੰਤਮ ਸੰਸਕਾਰ ਵੇਲੇ ਜੋ ਮਰਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਇਕੱਠੀ ਹੋਈ ਸਿੱਖ ਸੰਗਤ ਨੂੰ ਸਮਝਾਈ, ਉਹ 6ਵੇਂ ਪਾਤਸ਼ਾਹ ਦੇ ਉਹਦੇ ਵਿੱਚ ਲਿਖੀ ਹੈ ਪ੍ਰਮਾਣ ਦੇ ਕੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ ਦੇ 470 ਪੰਨੇ ਤੇ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਮਰਜ਼ਾਦਾ ਮੁਤਾਬਕ ਜਦੋਂ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕਰਨਾ ਹੋਵੇ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਵਰਤਾਣੀ ਚਾਹੀਦੀ ਹੈ। ਉਹ ਸ਼ਬਦਾਵਲੀ ਹੈ ਪ੍ਰਾਤਨ ਗ੍ਰੰਥਾਂ ਦੀ, ਸੋਹਿਲਾ ਪੜ ਪ੍ਰਸ਼ਾਦ ਵਰਤਾਈ ਗੁਰੂ ਨਾਨਕ ਜੋ ਰੀਤ ਚਲਾਈ। ਤੇ 6ਵੇਂ ਪਾਤਸ਼ਾਹ ਵੀ ਇਸ ਗੱਲ ਦਾ ਹਵਾਲਾ ਦਿੰਦੇ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਚਾਲੂ ਹੋ ਗਈ ਸੀ। ਜਿੱਥੋਂ ਤੱਕ ਆਹ ਖਿੱਲਾਂ, ਮਖਾਣੇ, ਪਤਾਸੇ ਤੇ ਹੋਰ ਵੱਖ-ਵੱਖ ਦਿਨਾਂ ਤੇ ਵੱਖ-ਵੱਖ ਕਿਸਮ ਦੇ ਪ੍ਰਸ਼ਾਦ ਨੇ, ਇਹ ਸਾਰੇ ਦੇ ਸਾਰੇ ਹਿੰਦੂ ਮਰਜ਼ਾਦਾ ਦਾ ਹਿੱਸਾ ਨੇ, ਕਿਉਂਕਿ ਹਿੰਦੂ ਧਰਮ ਦੇ ਵਿੱਚ ਵੱਖ-ਵੱਖ ਦੇਵੀ ਦੇਵਤਿਆਂ ਦੇ ਵੱਖ-ਵੱਖ ਦਿਨਾਂ ਤੇ ਵੱਖ-ਵੱਖ ਪ੍ਰਸ਼ਾਦ ਜਿਹੜੇ ਵਰਤਾਏ ਜਾਂਦੇ ਨੇ। ਤੇ ਉਹ ਜਦੋਂ ਸਾਡੀ ਕੌਮ, ਸਾਡੇ ਆਗੂ, ਸਾਡੇ ਸਿੱਖ ਭਰਾ ਆਪਣੀ ਹੋਂਦ ਬਚਾਉਣ ਲਈ ਕੌਮੀ ਜੱਦੋ-ਜਹਿਦ ਦੇ ਲਈ ਘਰ-ਬਾਰ ਤਿਆਗ ਕੇ ਪੰਜਾਬ ਤੋਂ ਬਾਹਰ ਜੰਗਲਾਂ 'ਚ ਚਲੇ ਗਏ, ਮਾਰੂਥਲਾਂ ਦੇ ਵਿੱਚ ਪਹੁੰਚ ਗਏ, ਉਸ ਵੇਲੇ ਸਾਡੇ ਵਿਰੋਧੀ ਲੋਕਾਂ ਨੇ ਗੁਰਦੁਆਰਿਆਂ ਦੇ ਵਿੱਚ ਪ੍ਰਵੇਸ਼ ਕਰ ਲਿਆ। ਨਿਰਮਲੇ, ਉਦਾਸੀ ਤੇ ਦੂਜੇ ਜਿਹੜੇ ਪੁਰਾਤਨ ਬਜ਼ੁਰਗ ਤਾਂ ਚੜ੍ਹਾਈ ਕਰ ਚੁੱਕੇ ਜਾਂ ਸ਼ਹੀਦ ਹੋ ਚੁੱਕੇ ਸਨ, ਪਰ ਜਿਹੜੇ ਨਵੇਂ ਬੈਠੇ ਆ ਕੇ ਗ੍ਰੰਥੀ ਰਾਗੀ, ਉਹ ਮਹੰਤਾਂ ਦੇ ਰੂਪ ਵਿੱਚ, ਉਹ ਸੰਤਾਂ ਦੇ ਰੂਪ ਵਿੱਚ, ਉਹਨਾਂ ਨੇ ਹਿੰਦੂ ਮਰਜ਼ਾਦਾ ਕਿਉਂਕਿ ਬਨਾਰਸ ਤੋਂ ਜਾਂ ਹੋਰ ਗੱਲਾਂ ਤੋਂ ਪ੍ਰਭਾਵਿਤ ਸਨ ਤੇ ਕੋਈ ਦੂਜੇ ਧਰਮ ਵਿੱਚੋਂ ਭੇਸ ਬਦਲ ਕੇ ਆਏ ਸਨ, ਉਹਨਾਂ ਨੇ ਇਹ ਸਾਰੀ ਮਰਜ਼ਾਦਾ ਆਪਣੇ ਹਿੰਦੂ ਧਰਮ ਵਾਲੀ ਗੁਰਦੁਆਰਿਆਂ ਦੇ ਵਿੱਚ ਵੀ ਚਾਲੂ ਕਰ ਦਿੱਤੀ। ਇਹੀ ਕਾਰਨ ਹੈ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਸ਼ਨੀਵਾਰ ਨੂੰ ਛੋਲਿਆਂ ਦਾ ਪ੍ਰਸ਼ਾਦ ਜੋ ਕਿ ਸ਼ਨੀ ਦੇਵਤੇ ਦੀ ਪੂਜਾ ਵਜੋਂ ਮੰਦਿਰਾਂ ਦੇ ਵਿੱਚ ਚੜ੍ਹਦਾ ਸੀ, ਉਹ ਸਾਡੇ ਵੀ ਅੱਜ ਕਈ ਗੁਰਦੁਆਰਿਆਂ ਦੇ ਵਿੱਚ ਹੌਲੀ ਹੌਲੀ ਸੰਗਤਾਂ ਸੁਚੇਤ ਹੋ ਰਹੀਆਂ ਨੇ। ਬਰਫੀ ਦਾ ਪ੍ਰਸ਼ਾਦ, ਹਨੂਮਾਨ ਦੇ ਲਈ ਮਿੱਠੇ ਦਾ ਲੱਡੂਆਂ ਦਾ ਪ੍ਰਸ਼ਾਦ, ਇਹ ਵੱਖ-ਵੱਖ ਦਿਨਾਂ ਤੇ ਚੜ੍ਹਾਏ ਜਾਂਦੇ ਹਨ। ਪਰ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਇੱਕੋ ਇੱਕ ਪ੍ਰਸ਼ਾਦ
ਉਹ ਕੜਾਹ ਪ੍ਰਸ਼ਾਦ ਦੀ ਮਰਜ਼ਾਦਾ ਹੈ। ਇਹ ਕੜਾਹ ਪ੍ਰਸ਼ਾਦ ਹੀ ਪ੍ਰਵਾਨ ਹੁੰਦਾ ਹੈ। ਬਾਕੀ ਜਿਹੜੀਆਂ ਹੋਰ ਫਲ ਫਰੂਟ ਜਾਂ ਹੋਰ ਚੀਜ਼ਾਂ ਮਠਿਆਈਆਂ ਆਦਿ ਨੇ, ਉਹ ਲੰਗਰ ਦਾ ਹਿੱਸਾ ਤਾਂ ਹੋ ਸਕਦੀਆਂ ਨੇ, ਉਹ ਲੰਗਰ ਵਿੱਚ ਵਰਤਾਈਆਂ ਜਾ ਸਕਦੀਆਂ, ਪਰ ਕੜਾਹ ਪ੍ਰਸ਼ਾਦ ਦੀ ਦੇਗ ਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਇਸ ਲਈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਚੱਲੀ ਹੈ। ਤੇ ਇਹਦੇ ਬਾਰੇ ਜੇ ਕੋਈ ਹੋਰ ਜਾਣਕਾਰੀ ਸਾਡੇ ਕਿਸੇ ਵੀਰ ਕੋਲ ਹੋਵੇ, ਜਿੰਨੇ ਦਾਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਸੋਝੀ ਦਿੱਤੀ, ਆਪ ਜੀ ਦੀ ਸੇਵਾ 'ਚ ਰੱਖੀ ਹੈ, ਜੇ ਹੋਰ ਕੋਈ ਵਾਧਾ ਕਰਨਾ ਚਾਹੁੰਦਾ ਹੈ ਸਾਡੇ ਗਿਆਨ ਦੇ ਵਿੱਚ, ਤੇ ਅਸੀਂ ਉਹਨਾਂ ਦੇ ਧੰਨਵਾਦੀ ਹੋਵਾਂਗੇ। ਭੁੱਲ ਗਲਤੀ ਲੇਖੇਵਾਂ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ ਨੇ ਬੜੇ ਵਿਸਥਾਰ ਸਹਿਤ ਸਾਨੂੰ ਦੇਗ ਦੀ ਮਹੱਤਤਾ ਦੱਸੀ ਹੈ, ਜਿਹੜੀ ਕਿ ਸਿੱਖ ਕੌਮ ਦੀ ਵਿਲੱਖਣਤਾ ਹੈ। ਜਿਸ ਵਿਧੀ ਵਿਧਾਨ ਅਨੁਸਾਰ ਦੇਗ ਤਿਆਰ ਕੀਤੀ ਜਾਂਦੀ ਹੈ, ਸਾਡੀ ਸਿੱਖ ਰਹਿਤ ਮਰਿਆਦਾ 'ਚ ਉਹਦੇ ਬਾਰੇ ਪੂਰਾ ਜ਼ਿਕਰ ਹੈ। ਔਰ ਵੀਰ ਜੀ ਨੇ ਪੂਰੇ ਇਤਿਹਾਸਕ ਹਵਾਲਿਆਂ ਦੇ ਨਾਲ ਦੱਸਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਸ਼ੁਰੂ ਹੈ, ਔਰ ਸਿੱਖਾਂ ਦੇ ਹਰੇਕ ਮੌਕੇ ਤੇ ਦੇਗ ਵਰਤੀ ਜਾਂਦੀ ਹੈ, ਚਾਹੇ ਉਹ ਕਿਸੇ ਕਿਸਮ ਦਾ ਵੀ ਹੋਵੇ। ਜਿਵੇਂ ਇਤਿਹਾਸਕ ਹਵਾਲਿਆਂ ਨਾਲ ਦੱਸਿਆ ਕਿ ਕੁਝ ਜਿਹੜੇ ਚੜ੍ਹਾਈ ਕਰਨ ਦੇ ਸਮੇਂ ਵੀ ਇਹ, ਔਰ ਉਹ ਮਰਿਆਦਾ ਅੱਜ ਵੀ ਚੱਲ ਰਹੀ ਹੈ ਕਿ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਤੇ ਸੰਸਕਾਰ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਆ ਕੇ ਫਿਰ ਦੇਗ ਵਰਤਾਉਂਦੇ। ਸੋ ਇਹ ਸਾਡਾ ਇੱਕ ਯੂਨੀਕ ਪੱਖ ਹੈ ਸਿੱਖੀਜ਼ਮ ਦਾ। ਪਰ ਅਸੀਂ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਵੀ ਅਨੁਮਤੀਆਂ ਦੀਆਂ ਨਕਲਾਂ ਕਰਕੇ ਅਸੀਂ ਵੀ ਲਾਗੂ ਕਰਤਾ, ਔਰ ਹੁਣ ਵੀ ਬਹੁਤ ਸਾਰਿਆਂ ਡੇਰਿਆਂ ਦੇ ਵਿੱਚ ਜਿਹੜੇ ਪੁਲੀਆਂ ਪ੍ਰਸ਼ਾਦ ਜਾਂ ਉਹ ਮਠਿਆਈਆਂ ਆਦਿ ਜਿਹੜਾ ਉਹਦਾ ਪ੍ਰਸ਼ਾਦ ਕਰਕੇ ਦਿੱਤਾ ਜਾਂਦਾ। ਔਰ ਸਾਡੇ ਕਈ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਡੇਰਿਆਂ ਤੋਂ ਇਲਾਵਾ ਵੀ ਇਹ ਪ੍ਰਚਲਿਤ ਹੈ। ਔਰ ਜਿਵੇਂ ਕਈ ਗੁਰਦੁਆਰਿਆਂ 'ਚ ਖੀਰ ਦਾ ਰਿਵਾਜ ਹੈ। ਹੁਣ ਦੇਖੋ, ਜਿਸ ਵੇਲੇ ਖੀਰ ਦਾ ਤੁਸੀਂ ਪ੍ਰਸ਼ਾਦ ਦਿਓਗੇ, ਜਾਂ ਤੇ ਨਾਲ ਤੁਸੀਂ ਉਹਨਾਂ ਨੂੰ ਦੂਨਾ ਤੇ ਚਮਚਾ ਵੀ ਦਿਓ, ਤੇ ਜੇ ਆਪਾਂ ਇਹ ਪਲਾਸਟਿਕ ਦੇ ਦਿੰਦੇ ਆ ਤੇ ਆਪਾਂ ਕਿੰਨੀ ਪੋਲੂਸ਼ਨ 'ਚ ਵਾਧਾ ਕਰ ਰਹੇ ਹਾਂ। ਜੇ ਨਹੀਂ ਤੇ ਤੁਸੀਂ ਹੱਥਾਂ ਦੇ ਜਿਸ ਵੇਲੇ ਖੀਰ ਦਿੰਦੇ ਹੋ ਤੇ ਉਸ ਤੋਂ ਬਾਅਦ ਉਹਨੂੰ ਆਪਾਂ ਕਿਵੇਂ ਕਰੀਏ। ਸੋ ਇੱਕ ਬੜੀ ਸਮੱਸਿਆ ਵੀ ਆ ਸਕਦੀ, ਮੈਨੂੰ ਖਿਮਾ ਕਰਨ ਲਫ਼ਜ਼ ਵਰਤਿਆ ਗਿਆ, ਪਰ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਪ੍ਰਵਾਨਿਤ ਮਰਿਆਦਾ ਹੈ ਅਸੀਂ ਉਹਨੂੰ ਛੱਡ ਕੇ ਕਿਉਂ ਦੂਜੇ ਪਾਸੇ ਜਾਂਦੇ ਹਾਂ। ਉਹ ਭਾਵੇਂ ਚੰਗੀ ਹੈ ਜਾਂ ਠੀਕ ਲੱਗਦੀ ਜਾਂ ਨਹੀਂ ਲੱਗਦੀ, ਵੱਖਰੀ ਗੱਲ ਹੈ, ਪਰ ਇੱਕ ਗੁਰੂ ਦਾ ਹੁਕਮ ਜਿਹੜਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਹੈ, ਉਹਦੇ ਤੋਂ ਉੱਪਰੋਂ ਕੋਈ ਹੋਰ ਰੀਤਾਂ ਸ਼ੁਰੂ ਕਰਨੀਆਂ ਇਹ ਕੋਈ ਚੰਗੀ ਗੱਲ ਨਹੀਂ ਹੈ। ਤੇ ਸਾਨੂੰ ਜਿਹੜੀ ਦੇਗ ਹੈ ਉਹਦੇ ਤੇ ਹੀ ਟੇਕ ਰੱਖਣੀ ਚਾਹੀਦੀ ਹੈ, ਔਰ ਦੇਗ ਬਣਾਉਣ ਲੱਗੇ ਬਿਲਕੁਲ ਜੋ ਵਿਧੀ ਵਿਧਾਨ ਸਾਡੀ ਰਹਿਤ ਮਰਿਆਦਾ 'ਚ ਦੱਸਿਆ, ਕਿਰਪਾ ਕਰਕੇ ਉਹਦੇ ਮੁਤਾਬਕ ਹੀ ਬਣਾਇਆ ਜਾਏ। ਕਿਉਂਕਿ ਕਈ ਵਾਰੀ ਦੇਗ ਜਿਹੜੀ ਘਰਾਂ 'ਚ ਬਣ ਕੇ ਆਉਂਦੀ ਹੈ, ਉਹਦੇ 'ਚ ਕਈ ਵਾਰੀ ਵਿਧੀ ਵਿਧਾਨ ਦਾ ਪੂਰਾ ਧਿਆਨ ਨਹੀਂ ਰੱਖਿਆ ਜਾਂਦਾ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਾਡੀ ਆਪਣੀ ਕੌਮੀ ਬਿਹਤਰੀ ਲਈ ਸਾਨੂੰ ਜ਼ਰੂਰੀਆਂ ਨੇ, ਔਰ ਸਾਡੇ ਵਿਲੱਖਣਤਾਪਣ ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀਆਂ ਨੇ। ਤੋ ਧੰਨਵਾਦ ਪ੍ਰਿੰਸੀਪਲ ਸਾਹਿਬ ਜੀ ਦਾ। ਔਰ ਮੈਂ ਆਸ ਕਰਦਾ ਵੀ ਸੰਗਤ ਨੂੰ ਵੀ ਇਸ ਵਿਸ਼ੇ ਤੇ ਪੂਰਨ ਚਾਨਣ ਹੋ ਗਿਆ। ਫਿਰ ਵੀ ਜੇ ਕਿਸੇ ਦਾ ਕੋਈ ਹੋਰ ਹੋਏਗਾ ਤਾਂ ਕਿਰਪਾ ਕਰਕੇ ਆਪਣਾ ਵਿਚਾਰ ਲਿਖ ਕੇ ਭੇਜ ਸਕਦੇ ਹੋ, ਅਗਲੇ ਹਫ਼ਤੇ ਉਹਦੇ ਬਾਰੇ ਵਿਚਾਰ ਕੀਤਾ ਜਾ ਸਕਦਾ।